ਡੇਂਗੀ ਮੱਛਰ ਦੇ ਬਾਰੇ ਪਤਾ ਹੈਗਾ ਵੈਸੇ? ਡੇਂਗੀ ਮੱਛਰ ਦੇ ਬਾਰੇ ਕੋਈ ਨਹੀਂ ਜੀ ਪਤਾ। ਤੁਹਾਡੇ ਕੋਲ ਹੀ ਕੋਈ ਗੱਲ ਸੁਣੀ ਦੀ ਹੈ ਗਈ, ਲੇਕਿਨ ਉਹਨਾਂ ਤੇ ਡੇਂਗੀ ਡੂੰਗੀ ਦਾ ਨਾਂ ਨਹੀਂ ਲਿਆ। ਉਹਨਾਂ ਕਿਹਾ ਸਾਨੂੰ ਤਾਂ ਰਾਤ ਨੂੰ ਮੱਛਰ ਨਹੀਂ ਸੌਣ ਦਿੰਦਾ ਤੇ ਅਸੀਂ ਸਵੇਰ ਬਿਮਾਰ ਹੁੰਦੇ ਆ ਉਹਨਾਂ ਦੇ ਕੱਟੇ ਮੱਛਰ ਦੇ ਕੱਟਿਆਂ ਨਾਲ। ਡੇਂਗੀ ਮੱਛਰ ਜਿਹੜਾ ਨਾ, ਡੇਂਗੀ ਮੱਛਰ ਜਿਹੜਾ ਨਾ, ਇਹ 19ਵੀਂ ਸਦੀ ਦੇ ਵਿੱਚ ਭਾਰਤ ਜਿਹੜਾ ਸਾਡੇ ਨਾਲ ਮੁਲਕ ਹੈ, ਉਹਨੂੰ ਅੱਗੇ ਇੱਕ ਜਜ਼ੀਰਾ ਹੈ, ਉਹਨੂੰ ਸ੍ਰੀਲੰਕਾ ਕਹਿੰਦੇ, ਉਹਨੂੰ ਮੁਲਕ ਦਾ ਦਰਜਾ ਮਿਲ ਗਿਆ। ਸ੍ਰੀਲੰਕਾ ਦਾ ਨਾਂ ਸੁਣਿਆ ਹੈ ਜੀ। ਉਹ ਜਿਹੜਾ ਜਜ਼ੀਰਾ ਨਾ ਬਰਸਗੀਰ ਦੇ ਵਿੱਚ, ਉੱਥੇ 19ਵੀਂ ਸਦੀ ਦੇ ਵਿੱਚ ਸ਼ੁਰੂ ਦੇ ਵਿੱਚ ਮੱਛਰ ਦੀ ਕੋਈ ਅਫਸਾਇਸ਼ ਇਹੋ ਜਿਹੀ ਹੋਈ ਕਿ ਜਿਹੜਾ ਮੱਛਰ ਲੋਕਾਂ ਨੂੰ ਜਦੋਂ ਕੱਟਦਾ ਸੀ ਨਾ ਜੀ ਤੇ ਲੋਕ ਬੁਖਾਰ 'ਚ ਮੁਬਤਲਾ ਹੋ ਜਾਂਦੇ ਸਨ। ਅੱਛਾ। ਤੇ ਉਹ ਬੁਖਾਰ ਦੀ ਨਵੀਅਤ ਹੁੰਦੀ ਸੀ ਕਿ ਉਹਨਾਂ ਦੇ ਵਾਈਟ ਸੈੱਲ ਜਿਹੜੇ ਨੇ ਘਟਣੇ ਸ਼ੁਰੂ ਹੋ ਜਾਂਦੇ ਸੀ, ਜਿਹੜੇ ਖੂਨ ਦੇ ਵਿੱਚ ਹੁੰਦੇ ਨੇ ਵਾਈਟ ਸੈੱਲ, ਉਹ ਘਟਣੇ ਸ਼ੁਰੂ ਹੋ ਜਾਂਦੇ ਸੀ। ਤੇ ਜਦੋਂ ਰੈੱਡ ਸੈੱਲ ਦੀ ਮਕਦਾਰ ਤੇ ਵਾਈਟ ਸੈੱਲ ਦੀ ਮਕਦਾਰ ਜਿਹੜੀ ਅੱਲਾਹ ਤਾਲਾ ਨੇ ਇਨਸਾਨ ਦੇ ਵਿੱਚ ਤੈਅ ਕਰਕੇ ਪਾਈ ਹੈ ਨਾ, ਅਗਰ ਉਹਦੇ 'ਚ ਫਰਕ ਆ ਜਾਏ ਨਾ ਬਕੌਲ ਡਾਕਟਰਾਂ ਦੇ, ਤੇ ਫਿਰ ਨਸੀਰ ਫੁੱਟਣੀ ਸ਼ੁਰੂ ਹੋ ਜਾਂਦੀ ਹੈ, ਖੂਨ ਨੱਕ 'ਚੋਂ ਸ਼ੁਰੂ ਹੋ ਜਾਂਦਾ, ਅੱਖਾਂ 'ਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ। ਅੱਛਾ। ਹੋਰ ਏਡੀ ਇਹ ਮੂਜ਼ੀ ਮਰਜ਼ ਹੈ। ਉਹ ਬਾਅਦ 'ਚੋਂ ਇੰਝ ਹੁੰਦਾ ਸੀ ਕਿ ਲੋਕ ਜਿਹੜੇ ਨਾ ਉਹਨਾਂ ਦੀ ਡੈਥ ਹੋ ਜਾਂਦੀ ਸੀ। ਅੱਛਾ। ਤੇ ਬਾਅਦ 'ਚੋਂ ਕਈ ਸਾਲ ਲੱਗ ਗਏ, ਸਾਇੰਸ ਨੇ ਤਰੱਕੀ ਕਰਕੇ 1962 ਦੇ ਵਿੱਚ ਇਹ ਮਰਜ਼ ਨੂੰ ਆਇਡੈਂਟੀਫਾਈ ਕੀਤਾ, ਤਸ਼ਖੀਸ ਹੋ ਗਈ ਕਿ ਇਹ ਡੇਂਗੀ ਨਾਂ ਦਾ ਕੋਈ ਮੱਛਰ ਹੈ ਤੇ ਜਿਹੜਾ ਕਿ ਜਦੋਂ ਕੱਟਦਾ ਹੈ ਨਾ ਉਹਦੇ ਬਾਅਦ ਬਿਮਾਰੀ ਇਹੋ ਜਿਹੀ ਲੱਗਦੀ ਹੈ। ਫਿਰ ਉਹਨਾਂ ਨੇ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਉਹ ਬੜਾ ਇਹਦੇ 'ਤੇ ਆਪਣੀ ਤਕੋਦੋ ਕਰਦੇ ਨੇ, ਆਪਣਾ ਲੋਕਾਂ ਨੂੰ ਅਵੇਅਰਨੈਸ ਦਿੱਤੀ ਹੈ। ਲੇਕਿਨ ਸਾਡੇ ਵੀ ਗੁਨਾਹ ਮੁਸਲਮਾਨਾਂ ਦੇ, ਤੇ ਅਸੀਂ ਪਾਕਿਸਤਾਨ 'ਚ ਰਹਿੰਦੇ ਹਾਂ, ਤੇ ਅੱਲਾਹ ਤਾਲਾ ਮਾफ़ ਕਰੇ ਕਿ 2005 ਦੇ ਵਿੱਚ ਨਾ ਪਾਕਿਸਤਾਨ 'ਚ ਵੀ ਇਹ ਮੱਛਰ ਆ ਗਿਆ ਸੀ, ਔਰ ਉਦੋਂ ਬੜੀ ਜਲਦ ਕਈ ਲੋਕਾਂ ਦੀ ਜ਼ਿੰਦਗੀ ਖ਼ਤਮ ਹੋ ਗਈ, ਉਹ ਲੋਕ ਮਜਲ ਬਣ ਗਏ। ਲੇਕਿਨ ਸਾਡੀ ਹਕੂਮਤ ਨੇ ਤੇ ਸਾਡੇ ਮੁਲਕ ਦੇ ਜਿਹੜੇ ਲੋਕ ਨੇ ਨਾ, ਜਿਹੜੇ ਉਹਨਾਂ ਨੇ ਮਿਲ ਕੇ ਇਹਦੇ ਲਈ ਕੰਟਰੋਲ ਕਰਨ ਲਈ ਨਾ ਬਹੁਤ ਕੋਸ਼ਿਸ਼ ਕੀਤੀ, ਜਿਹਦੇ 'ਚ ਅਸੀਂ 95% ਤੱਕ ਕਾਮਯਾਬ ਵੀ ਹੋਏ ਹਾਂ। ਅਲਹਮਦੁਲਿਲਾ ਕਾਮਯਾਬ ਪੂਰੇ ਹੋ ਗਏ। 95% ਕਾਮਯਾਬੀ 100% ਕਾਮਯਾਬੀ ਦੇ ਕਰੀਬ ਹੈ, ਔਰ ਇਹ 'ਚ ਅੱਲਾਹ ਤਾਲਾ ਦੀ ਬੜੀ ਮਿਹਰਬਾਨੀ ਹੈ। ਸਾਡੇ ਹਕੂਮਤੀ ਨੁਮਾਇੰਦਿਆਂ ਨੇ ਕੋਸ਼ਿਸ਼ ਕੀਤੀ, ਸਾਡੇ ਜਿਹੜੇ ਮਹਿਕਮਾ ਹੈਲਥ ਵਾਲੇ ਉਹਨਾਂ ਨੇ ਕੋਸ਼ਿਸ਼ ਕੀਤੀ, ਉਹਦੇ ਇਲਾਵਾ ਸਾਡੇ ਉਸਤਾਜ਼ਾ ਕਰਾਮ ਜਿਹੜੇ ਨੇ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਵਿੱਚ, ਉਹਨਾਂ ਨੇ ਫਿਰ ਜਿਹੜੀ ਸਾਡੀ ਤਨਜ਼ੀਮਾਂ ਨੇ ਫਲਾਹ ਬਹਿਬੂਦ ਦੀਆਂ, ਉਹਨਾਂ ਨੇ ਸੋਸ਼ਲ ਵੈਲਫੇਅਰ ਨੇ, ਹਰ ਬੰਦੇ ਨੇ ਜੋ ਮੁਮਕਿਨ ਸੀ ਉਹਨਾਂ ਨੇ ਕੋਸ਼ਿਸ਼ ਕੀਤੀ। ਇਹਦੀ ਅਵੇਅਰਨੈਸ ਜਿਹੜੀ ਹੈ ਨਾ, ਅਵੇਅਰਨੈਸ ਪਹਿਲੇ ਕਿਦੋਂ ਵੀ ਕੋਈ ਮਰਜ਼ ਆਉਂਦਾ ਨਾ, ਉਹਦੀ ਅਵੇਅਰਨੈਸ ਨਾ ਹੋਵੇ, ਕਿਸੇ ਨੂੰ ਪਤਾ ਨਾ ਹੋਵੇ ਮਰਜ਼ ਕਿਵੇਂ ਹੁੰਦਾ, ਤੇ ਉਹ ਮਰਜ਼ ਵੱਧ ਜਾਂਦਾ। ਡੈਥਾਂ ਵੀ ਤਾਂ ਹੀ ਹੁੰਦੀਆਂ ਨਾ। ਹਾਂ, ਅਗਰ ਉਹ ਅਵੇਅਰਨੈਸ ਮਿਲ ਜਾਏ ਕਿ ਮੱਛਰ ਦੀ ਵਜ੍ਹਾ ਨਾਲ ਹੋਣ ਡਿਆ ਬੁਖਾਰ, ਤੇ ਉਹਦੀ ਅਵੇਅਰਨੈਸ ਲਈ ਲੋਕ ਜਿਹੜੇ ਨੇ ਫਿਰ ਉੱਤੇ ਕਾਬੂ ਪਾਉਣ 'ਚ ਕਾਮਯਾਬ ਹੋ ਜਾਂਦੇ। ਉਹ ਜਦੋਂ ਅਵੇਅਰਨੈਸ ਲੋਕਾਂ ਨੂੰ ਮੁਹਿੰਮ ਚਲਾਈ, ਇਹਨਾਂ ਨੇ ਵਾਕ ਕੀਤੀਆਂ, ਪੰਫਲੇਟ ਲਗਾਏ, ਬੈਨਰ ਲਗਾਏ, ਬਹੁਤ ਕੋਸ਼ਿਸ਼ ਕੀਤੀ, ਦਵਾਈਆਂ ਹਕੂਮਤ ਨੇ ਫ੍ਰੀ ਦਿੱਤੀਆਂ ਲੋਕਾਂ ਨੂੰ, ਮੱਛਰਦਾਨੀ ਦਾ ਇਸਤੇਮਾਲ ਕਰਨਾ ਦੱਸਿਆ। ਹਾਂਜੀ, ਸਪਰੇ ਮਹਿਕਮਾ ਹੈਲਥ ਵਾਲਿਆਂ ਨੇ ਕੀਤੇ, ਯਾਨੀ ਬਹੁਤ ਕਾਵਿਸ਼ ਕਰਨ ਤੋਂ ਬਾਅਦ ਅੱਲਾ ਨੇ ਆਪਣੀ ਮਿਹਰਬਾਨੀ ਕੀਤੀ ਤੇ ਕਾਮਯਾਬੀ ਵਾਲੇ ਪਾਸੇ ਅਸੀਂ ਆ ਗਏ, ਤੇ ਸਾਡਾ ਮੁਲਕ ਮਹਿਫੂਜ਼ ਹੈ। ਠੀਕ ਹੈ। ਤੇ ਇਹ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਜੀ ਕਿ ਇਹ ਜਿਹੜਾ ਡੇਂਗੀ ਮੱਛਰ ਹੈ ਨਾ, ਇਹਦੀ ਅਫਜ਼ਾਇਸ਼ ਵੀ ਸਾਫ਼ ਪਾਣੀ 'ਤੇ ਹੁੰਦੀ ਹੈ। ਅੱਛਾ। ਹਾਂ, ਯਾਨੀ ਇਹ ਜੋਹੜਾਂ ਦੇ ਉੱਤੇ ਨਹੀਂ ਹੁੰਦਾ, ਯਾਨੀ ਕਿ ਤਲਾਬਾਂ ਤੇ ਗੰਦਗੀ 'ਚ ਨਹੀਂ ਹੁੰਦਾ, ਇਹ ਸਾਫ਼ ਪਾਣੀ 'ਤੇ ਇਹਦੀ ਅਫਜ਼ਾਇਸ਼ ਹੁੰਦੀ ਹੈ। ਇਹਦਾ ਲਾਰਵਾ ਬਣਦਾ ਹੈ। ਲਾਰਵਾ ਜੋ ਹੈ ਨਾ, ਉਹ ਇੱਕ ਸੈਕਿੰਡ 'ਚ ਮੱਛਰ ਥਾਊਜ਼ੈਂਡ ਯਾਨੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲਾਰਵਾ ਤੋਂ ਮੱਛਰ ਨਿਕਲਦੇ ਨੇ। ਤੇ ਉਹਦੇ ਫਿਰ ਇੱਕ ਹੋਰ ਗੱਲ ਦੱਸਾਂ ਤੁਹਾਨੂੰ, ਇਹਦੇ ਕੱਟਣ ਦਾ ਟਾਈਮ ਵੀ ਮਖਸੂਸ ਹੈ। ਅੱਛਾ। ਸੁਬਾਹ ਫਜਰ ਦੀ ਨਮਾਜ਼ ਤੋਂ ਬਾਅਦ ਜਿੰਨੀ ਤੀਕਰ ਸੂਰਜ ਆਪਣੇ ਤਲੂ ਹੋ ਕੇ ਪੂਰਾ ਆਪਣੀ ਸ਼ਾਨੋ ਸ਼ੌਕਤ 'ਚ ਨਹੀਂ ਆ ਜਾਂਦਾ ਨਾ, ਉਨੀ ਦੇਰ ਤੱਕ ਕੱਟ ਸਕਦਾ ਹੈ। ਤੇ ਸ਼ਾਮ ਨੂੰ ਜਦੋਂ ਗਰੂਬ ਆਫਤਾਬ ਤੋਂ 1 ਘੰਟਾ ਪਹਿਲੇ, ਯਾਨੀ ਕਿ ਅਸਰ ਤੋਂ ਬਾਅਦ ਜਿਹੜਾ 1 ਘੰਟਾ ਹੁੰਦਾ, ਉਹ ਬੜਾ ਡੇਂਜਰਸ ਹੁੰਦਾ ਹੈ। ਨੂਰ ਖਿਆਲ ਸਾਹਿਬ,
ਇਹ ਜਿਹੜਾ ਮਾਮਲਾ ਹੈ ਨਾ ਕਿ ਉਹਦੇ ਕੱਟਣ ਦਾ ਟਾਈਮ ਮਖਸੂਸ ਹੈ ਜੀ। ਇਹਦੇ ਇਲਾਵਾ ਇਹਦਾ ਟਾਈਮ ਪੀਰੀਅਡ ਦੀ ਫਸਾਇਸ਼ੀ ਨਸਲ ਦਾ ਟਾਈਮ ਪੀਰੀਅਡ ਵੀ ਮਖਸੂਸ ਹੈ। ਅੱਛਾ। ਇਹ ਲੋਕ ਜਿਹੜੇ ਤੁਹਾਡੇ ਕੋਲ ਆਏ ਨੇ ਨਾ, ਉਹ ਜਿਹੜੇ ਉਹਨਾਂ ਦੇ ਉੱਤੇ ਖੌਫ ਹੈ, ਇਹ ਹਕੀਕਤ ਹੈ। ਹਾਂ। ਕਿਉਂਕਿ ਇਹ ਪਾਕਿਸਤਾਨ 'ਚ ਮੌਸਮ ਜਦੋਂ ਚੇਂਜ ਹੁੰਦਾ ਨਾ ਫਰਵਰੀ ਮਾਰਚ ਦੇ ਮਹੀਨੇ 'ਚ ਜੀ, ਤੇ ਦੂਸਰੀ ਸਾਈਡ ਤੇ ਮੌਸਮ ਚੇਂਜ ਹੁੰਦਾ ਸਤੰਬਰ ਅਕਤੂਬਰ ਦੇ ਵਿੱਚ, ਠੀਕ ਹੈ। ਉਦੋਂ ਇਹਨਾਂ ਨੂੰ ਫਸਾਈ ਦਾ ਮੌਕਾ ਮਿਲਦਾ, ਕਿਉਂਕਿ ਨਾ ਇਹ ਫੁੱਲ ਗਰਮੀ ਦੇ ਵਿੱਚ ਹੋ ਸਕਦੇ ਨੇ ਤੇ ਨਾ ਫੁੱਲ ਸਰਦੀ ਦੇ ਵਿੱਚ ਹੋ ਸਕਦੇ ਨੇ। ਠੀਕ ਹੈ। ਇਹਦੀ ਅਵੇਅਰਨੈਸ ਜਦੋਂ ਮੁਹਿੰਮ ਚਲਾਈ ਨਾ, ਉਦੋਂ ਉਹਨਾਂ ਡਾਕਟਰਾਂ ਨੇ ਵੀ ਸਾਨੂੰ ਸਾਰੇ ਲੋਕਾਂ ਨੂੰ ਟੀਵੀ ਤੇ ਵੀ ਇਹਦੇ ਚੱਲਦੇ ਰਹੇ ਇਸ਼ਤਿਹਾਰਾਤ। ਉਹਨਾਂ ਨੇ ਦੱਸਿਆ ਕਿ ਤੁਸੀਂ ਆਪਣੇ ਨਾ ਬੱਚਿਆਂ ਨੂੰ ਪੂਰੇ ਬਾਜ਼ੂਆਂ ਵਾਲੀ ਯਾਨੀ ਫੁੱਲ ਸਲੀਵ ਜਿਹੜੇ ਨਾ ਕੱਪੜੇ ਪਵਾਓ, ਤਾਂ ਕਿ ਮੱਛਰ ਕੱਟੇ ਨਾ। ਮਹਿਫੂਜ਼ ਰੱਖੋ ਆਪਣੇ ਬੱਚਿਆਂ ਨੂੰ, ਅਸਰ ਤੋਂ ਮਗਰਬ ਦੇ ਦਰਮਿਆਨ ਉਹਨਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦਿਓ, ਅੰਦਰ ਕਮਰਿਆਂ 'ਚ ਰਹਿਣ ਦਿਓ। ਉਹਦੇ ਇਲਾਵਾ ਉਹਨਾਂ ਨੇ ਦੱਸਿਆ ਕਿ ਇਹਦੀ ਵਸਾਈ ਰੋਕਣੀ ਨਾ, ਤੇ ਤੁਸੀਂ ਸਾਫ਼ ਪਾਣੀ ਵੀ ਭਰ ਕੇ ਨਾ ਰੱਖਿਆ ਕਰੋ ਜ਼ਿਆਦਾ ਦੇ, ਯਾਨੀ ਪਾਣੀ ਜਿਹੜਾ ਨਾ ਸਾਫ਼ 2-3 ਦਿਨ ਰੱਖੋਗੇ ਤੇ ਉਹਦੇ 'ਚ ਵੀ ਇਹਦੀ ਵਸਾਇਸ਼ ਹੋਣ ਦਾ ਚਾਂਸ ਹੈ, ਲਾਰਵਾ ਨਿਕਲਣ ਦਾ। ਫਿਰ ਇੱਥੋਂ ਦੀ ਕਰਕੇ ਮਹਿਕਮੇ ਨੇ ਸਖਤੀ ਬੜੀ ਕੀਤੀ, ਹੁਕੂਮਤ ਨੇ ਸਖਤੀ ਕਰਵਾਈ ਕਿ ਜਿਹੜੇ ਲੋਕ ਇਹਨਾਂ ਚੀਜ਼ਾਂ 'ਤੇ ਅਮਲ ਨਹੀਂ ਨਾ ਕਰਦੇ, ਉਹਨਾਂ 'ਤੇ ਪਰਚੇ ਦੇ ਦਿਓ, ਜੁਰਮਾਨੇ ਪਾ ਦਿਓ, ਉਹਨਾਂ ਨੂੰ ਜੇਲ੍ਹ 'ਚ ਭੇਜੋ, ਤਾਂ ਕਿ ਲੋਕ ਡਰ ਕੇ ਅਮਲ ਕਰਨ, ਤਾਂ ਕਿ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਬਚ ਜਾਣ। ਇਹ ਸਖਤੀ ਕਰਨ ਨਾਲ ਹੁਕੂਮਤ ਦੇ ਇਹ ਨਤੀਜਾ ਨਿਕਲਿਆ ਕਿ 95% ਅਸੀਂ ਕਾਬੂ ਪਾ ਚੁੱਕੇ ਹਾਂ, ਔਰ ਅਲਹਮਦੁਲਿਲਾ ਮੈਨੂੰ ਉਮੀਦ ਹੈ ਕਿ ਅਸੀਂ ਇਹਨੂੰ ਕੰਪਲੀਟ ਖਤਮ ਕਰ ਲਾਂਗੇ। ਤੇ ਸ੍ਰੀਲੰਕਾ ਵਾਲੇ ਹਜੇ ਤੱਕ ਇਹਦੇ ਕਾਬੂ ਨਹੀਂ ਪਾ ਸਕੇ। Studio 99 Production House.